देखो हर कोई शुभ कर्म पवित्र कर्तव्य। पहली तो बात है कि ये भी एक भ्रांति है वे कोई कर्तव्य पवित्र है और कोई अपवित्र है। कर्तव्य कोई भी पवित्र अपवित्र नहीं। कर्तव्य ਦਾ ਜਿਹੜਾ ਫਲ ਹੈ ਉਹਨੂੰ ਪਵਿੱਤਰ ਤੇ अपवित्र ਦਾ ਸੰਗਿਆ ਦੇਤੀ। ਕਿਉਂ ਦੇਤੀ ਕਿ ਜਿਹੜਾ ਪਵਿੱਤਰ ਮੈਨੂੰ ਫਾਇਦਾ ਦੇਣੇ ਵਾਲਾ ਜਿਹਦਾ ਫਲ ਹੈ, ਇੱਕ ਉਹ ਕਰਤੱਵ ਹੈ ਕਿ ਜਿਹਦਾ ਫਲ ਪੀੜਾ ਦੇਣੇ ਵਾਲਾ। फल नू पवित्र और अपवित्र कहता कि पीड़ा नू अपवित्र और सुख नू पवित्र। सो आप थोड़ा सा मंगल के रूप च कुछ कहा पहला, इस दे विच साधन कहे है। साधन भी बहिरंग ते अंतरंग रूप दे विच दो तीन प्रकार दे है। पहले बहिरंग साधन जदों अंतरंग में आ जाता है उन्होंने छोड़ देईदा। ਜਦੋਂ ਉਸ ਤੋਂ ਅਤਰੰਗ ਤੇ ਚਲਿਆ ਜਾਂਦਾ, ਇਹ ਅੰਤਰੰਗ ਸੀ ਜਿਹੜੇ ਪਹਿਲਾਂ, ਇਹ ਵੀ ਬਹਿਰੰਗ ਹੋ ਜਾਂਦੇ। ਇਹ ਇੱਕ ਵਿਦਿਆ ਦੀ ਪ੍ਰਣਾਲੀ ਹੈ। ਜਿਹੜਾ ਕਿਹਾ ਹੋਇਆ ਕਿ ਨਹਿ ਅਨਬੰਧ ਪਛਾਣਾ ਜੋ ਲੋ ਹੋਏ ਨਾ ਪ੍ਰਵਿਰਤ ਸੁਕਰ ਨਰ ਤੋਂ। ਜਿੰਨਾ ਸਿਆਣੇ ਤੋਂ ਸਿਆਣਾ ਵੀ ਹੈ, ਪ੍ਰਵਿਰਤੀ ਨਹੀਂ ਉਹਦੀ ਹੁੰਦੀ। ਉਹ ਸੱਤ ਵਿਸ਼ੇ ਤੋਂ ਸ੍ਰੇਸ਼ਟ ਵਿਸ਼ੇ ਤੋਂ ਨਿਵਰਤੀ ਵੱਲ ਨੂੰ ਜਣੀ ਰਹਿਤ ਹੋਣ ਲਈ ਜਾਂਦਾ। ਜਿਵੇਂ ਆਮ ਗੱਲ ਤੇ ਉਹ ਛੱਡੋ ਯਾਰ ਪਰੇ ਗਾਂਹ ਚੱਲੋ ਵੀ ਕਿਉਂ, ਜਿਸ ਵੀ ਗ੍ਰੰਥ ਨੂੰ ਇਹ ਪੜ੍ਹਦਾ, ਗ੍ਰੰਥ ਕਹਿ ਲੋ, ਸ਼ਾਸਤਰ ਕਹਿ ਲੋ, ਜੋ ਮਰਜੀ ਵੇਦ ਕਹਿ ਲੋ, ਇਹ ਜਿਸ ਵੀ ਇਸ ਪਾਸੇ ਜਾਂਦਾ ਹੈ, ਇਹ ਤੋਂ ਜੀ ਕਰਦਾ ਨਾ ਨਾ ਨਾ। ਅੱਛਾ, ਕਿਸ ਦੇ ਵੱਲ ਪ੍ਰਵਿਰਤ ਹੁੰਦਾ? ਵੇਦ ਵੱਲ ਪ੍ਰਵਿਰਤ ਹੁੰਦੇ ਕਿ ਗੁਰੂ ਗ੍ਰੰਥ ਵੱਲ ਪ੍ਰਵਿਰਤ ਹੁੰਦੇ ਕਿ ਵੇਦਾਂਤ ਵੱਲ ਪ੍ਰਵਿਰਤ ਹੁੰਦੇ? ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਵੀ ਸੱਚ ਤਾਂ ਇਹ ਹੈ ਕਿ ਧੱਕੇ ਨਾਲ ਹੀ ਅਸੀਂ ਬਾਣੀ ਪੜ੍ਹਦੇ। ਯਾਰ ਅਜੇ ਹੁਕਮ ਲਾਤਾ ਵੀ 20 ਪੱਤਰੇ ਪੜ੍ਹ ਕੇ ਆਈ, ਇਹ ਮਜਬੂਰੀ ਵਸ, ਮਜਬੂਰੀ ਵਾਸੀ ਯਾਰ ਅਜੇ ਮੇਰੀਆਂ ਬਾਣੀਆਂ ਰਹਿੰਦੀਆਂ। ਜਿਵੇਂ ਪੱਠੇ ਕੁਤਰਨ ਵਾਲੇ ਜੇ ਪਏ ਆ ਫਿਰ ਖੁਰਲੀਆਂ ਚ ਪਾਉਣੇ ਆ, ਇਹ ਵੀ ਮਜਬੂਰੀ ਆ। ਤੇ ਅਜੇ ਮੇਰੀਆਂ ਯਾਰ ਬਾਣੀਆਂ ਰਹਿੰਦੀਆਂ, ਇਹ ਵੀ ਮਜਬੂਰੀ ਹੈ। ਕਿਉਂ? ਜਦੋਂ ਅਨੁਬੰਧ ਨਹੀਂ ਜਾਣਦਾ। ਕਿਤਨੇ ਅਨੁਬੰਧ ਹੈ? ਅਧਿਕਾਰੀ ਸੰਬੰਧ ਵਿਸ਼ਾ ਪ੍ਰਯੋਜਨ। ਜਿਹੜਾ ਤੂੰ ਗ੍ਰੰਥ ਪੜ੍ਹਦਾ ਇਹਦਾ ਵਿਸ਼ਾ ਕੀ ਹੈ? ਤਾਂ ਸੈਂਕੜੇ ਬੰਦੇ ਤੁਹਾਨੂੰ ਮਿਲਣਗੇ, ਨਾ ਕਿਸੇ ਨੂੰ ਪ੍ਰਯੋਜਨ ਦਾ ਗ੍ਰੰਥ ਦਾ ਪਤਾ, ਨਾ ਆਪਣਾ ਕੋਈ ਪ੍ਰਯੋਜਨ ਹੈ।
ਤਾਂ ਇਹ ਹੋਏਗਾ ਜਦੋਂ ਤੇਰਾ ਕੋਈ ਪ੍ਰਯੋਜਨ ਹੀ ਨਹੀਂ ਗਾ। ਤਾਂ ਜਿੰਨੇ ਵੀ ਲੋਕ ਹੈ ਇਹ ਬਾਤ ਸੁਣ ਕੇ ਆਪਣੇ ਹਿਰਦੇ 'ਚ ਆਪਣੀ ਵਿਫਲਤਾ ਦੀ ਖੇਦ ਹੋਣਾ ਚਾਹੀਦਾ। ਉਹ ਵਿਫਲਤਾ ਨੂੰ ਨਹੀਂ ਸਮਝਦਾ ਵੀ ਮੈਂ 60 50 70 ਸਾਲ ਹੋ ਗਏ, ਇਹਦਾ ਕੋਈ ਵੀ ਫਲ ਨਹੀਂ। ਉਹ ਸਮਝਦਾ ਵੀ ਮੇਰੀ ਬੇਇੱਜ਼ਤੀ ਹੋਈ, ਮੈਨੂੰ ਇਉਂ ਕਿਹਾ। ਤਾਂ ਫਿਰ ਕਿੰਨੇ ਕੁ ਇੱਜ਼ਤ ਵਾਲੇ ਸਾਰੇ ਬੇਇੱਜ਼ਤੀ ਵਾਲੇ ਸਮਝ ਲੈਣ। ਗੁਰੂ ਗ੍ਰੰਥ ਸਾਹਿਬ ਦੇ ਅਨੁਬੰਧ ਕੀ ਹੈ? ਤਾਂ ਇਹ ਨਿਕਲੇਗਾ ਇਹਦਾ ਅਧਿਕਾਰੀ ਕੌਣ ਹੈ? ਤਾਂ ਅਸੀਂ ਬਾਹਰੋਂ ਬਣਾਤਾ ਵੀ ਜਿਹੜੇ ਨਿਯਮ ਵੇਦ ਦੇ ਵਿੱਚੋਂ ਆ ਰਹੇ ਆ ਉਹ ਕੋਈ ਮਹੱਤ ਰੱਖਦੇ ਆ, ਕਰਮ ਕਾਂਡ, ਉਪਾਸਨਾ ਤੇ ਗਿਆਨ। ਜਿਵੇਂ ਜਾਗਰਤ, ਸੁਪਨ ਤੇ ਸੁਖੋਪਤੀ, ਸਥੂਲ ਸੂਖਮ ਤੇ ਕਾਰਣ, ਵਿਰਾਟ ਹਿਰਣ ਗਰਭ ਤੇ ਈਸ਼ਵਰ, ਇਹ ਤਰਾਇ ਤੁਰੇ ਆਉਂਦੇ ਆ ਵੀ ਇਹ ਸਾਰਿਆਂ ਦੇ ਕੋਈ ਨਾ ਕੋਈ ਨਿਯਮ ਹੈ। ਤੋ ਨਿਯਮ ਨਾ ਹੋਣ ਕਰਕੇ ਇਹ ਗਰੁੱਪ ਬਣੇ ਆ, ਜਿਵੇਂ ਸੰਸਾਰੀਆਂ ਦੇ ਬਣੇ ਆ। ਸੰਸਾਰੀ ਕੌਣ ਹੈ? ਜਿਹੜੇ ਲੋਕ ਨੇਤਾ ਹੈ, ਸਿਆਸੀ ਲੋਕ ਕਹਿੰਦੇ ਇਸ ਦੇਸ਼ ਨੂੰ ਵਧਾਉਣ ਵਾਸਤੇ ਬਣੇ ਆ, ਇਹ ਇਹਨਾਂ ਦਾ ਅਧਿਕਾਰ ਹੈ। ਜਾਂ ਵਪਾਰੀ ਹੈ, ਨੇਤਾ ਲੋਕ ਹੈ, ਸੰਸਾਰ ਦੀ ਰੋਹ ਰੀਤੀ ਚਲਾਉਣ ਲਈ ਨਿਆਰੇ ਭਾਗ ਹੈ। ਉਹ ਜਿਹੜੇ ਨਿਆਰੇ ਵਿਭਾਗ ਬਣਾਏ ਆ ਉਹ ਆਪਣੀ ਕਿਰਿਆ ਦੇ ਵਿੱਚ ਬਿਲਕੁਲ ਕੋਸ਼ਿਸ਼ ਕਰਦੇ ਆ ਵੀ ਸਫਲ ਹੋਈਏ, ਔਰ ਫੇਲ ਹੋ ਜਾਂਦੇ ਉਹਦੀ ਕਮਜ਼ੋਰੀ ਹੈ। ਇਸੇ ਤਰ੍ਹਾਂ ਚਾਰ ਖਾਣੀਆਂ ਦੇ ਵਿੱਚੋਂ ਵੀ 2 ਖਾਣੀਆਂ ਰੱਖ ਲੀਆਂ, ਇੱਕ ਚੱਲ ਹੈ ਇੱਕ ਅਚਲ ਹੈ। ਚੱਲ ਖਾਣੇ ਦੇ ਵਿੱਚੋਂ ਵੀ ਸਭ ਤੋਂ ਜ਼ਿਆਦਾ ਉੱਤਮਤਾ ਮਹਿਮਾ ਇਹ ਮਨੁੱਖ ਸਰੀਰ ਨੂੰ ਹੈ। ਮਨੁੱਖ ਸਰੀਰ ਹੈ ਜਿਹੜਾ, ਇਹਦੀ ਇੱਕੋ ਹੀ ਧਰਮ ਹੈ। ਪਹਿਲਾਂ ਤਾਂ ਲਓ ਅਸੀਂ ਮਨੁੱਖ ਸਰੀਰ ਕਿਸ ਨੂੰ ਕਹਿੰਨੇ? ਸਿਖਾਤਾ ਲੋਕ ਪਾਉਂ ਤੇ ਕੇ ਬਾਡੀ ਹੈ ਜਿਹੜੀ, ਇਹਦੇ ਸਾਰਿਆਂ ਦੇ ਕਈ ਇੱਥੇ ਸਾਡੀਆਂ ਧੀਆਂ ਭੈਣਾਂ ਆ ਕਾਗਜ਼ ਗੱਤੇ ਚੁਗਦੀਆਂ ਫਿਰਦੀਆਂ, ਤੇ ਸਾਡੀਆਂ ਧੀਆਂ ਭੈਣਾਂ ਨਾਨਾ ਪ੍ਰਕਾਰ ਦੇ ਬਿਜ਼ਨਸ, ਨਾਨਾ ਪ੍ਰਕਾਰ ਦੇ ਕਰਤੱਵ, ਬੜੀਆਂ ਉੱਚੀਆਂ ਜੋਬਾਂ ਕਰ ਰਹੇ। ਇਹ ਵਿਹਾਰਕ ਦ੍ਰਿਸ਼ਟੀ ਹੈ।
ਜਦੋਂ ਵੇਖਦੇ ਆ ਪ੍ਰਤੇਕ ਦੀ ਗਿਣਨਾ ਕਰ ਲੋ, ਸਾਰਿਆਂ ਦੇ 2 ਹੱਥ ਹੈ, 2 ਪਾਂਵ ਹੈ, ਸਿਰ ਤੋਂ ਲੈ ਕੇ ਇੱਕ ਇੱਕ ਅੰਗ ਅਵੈਵ ਹੈ ਜਿਹੜਾ ਸਭ ਦਾ ਪੂਰਨ ਹੈ। ਜੋ ਕੋਈ ਕਿਸੇ ਦੀ ਕਿਰਤ ਕਰਦਾ ਉਹਦੇ ਵੀ ਓਨੇ ਹੀ ਅਵੈਵ ਹੈ, ਅੰਗ ਹੈ, ਹਿੱਸੇ ਹੈ। ਤੇ ਜਿਹੜਾ ਵਿਹਲਾ ਬਹਿ ਕੇ ਚੱਲਦਾ ਕੰਮ ਨਹੀਂ ਕਰਦਾ ਕੁਛ, ਉਹਦੇ ਵੀ ਅੰਗ ਅਵੈਵ ਹਿੱਸੇ ਓਨੇ ਹੀ ਆ। ਇਹ ਸਰੀਰ ਦੇ ਬਣਾਵਟ ਕਿਸੇ ਦੇ ਵਿੱਚ ਲੇਸ ਮਾਤਰ ਦਾ ਵੀ ਫਰਕ ਨਹੀਂਗਾ। ਤਾਂ ਇਹਨਾਂ ਸਰੀਰਾਂ ਦੇ ਜਮਾਂ ਜੋੜ ਨੂੰ 5 ਕਰਮ ਇੰਦਰੇ, 5 ਗਿਆਨ ਇੰਦਰੇ ਤੇ ਮਨ ਦੇ 2 ਭਾਗ ਕਰਤੇ, ਮਨ ਔਰ ਬੁੱਧੀ ਅਥਵਾ ਚਿੱਤ ਔਰ ਅਹੰਕਾਰ ਨਾਲ ਜੋੜਤਾ। ਇਹ ਸਾਰਿਆਂ ਨੂੰ ਉਪਲਬਧ ਹੈ। ਜਦੋਂ ਇਹ ਸਾਰਿਆਂ ਸਰੀਰਾਂ ਦੇ ਵਿੱਚ ਕਿਸੇ ਵੀ ਚੀਜ਼ ਦੀ ਊਣਤਾਈ ਘਾਟ ਵੱਧ ਨਹੀਂ, ਤਾਂ ਫਿਰ ਇਹਦੇ ਚ ਵੱਡਾ ਤੇ ਛੋਟਾ ਕੌਣ ਹੋਇਆ? ਉਹ ਕੌਣ ਹੈ ਜਿਹਦੀ ਜਾਤੀ ਵੱਡੀ ਹੈ ਤੇ ਉਹ ਕੌਣ ਹੈ ਜਿਹਦੀ ਜਾਤੀ ਛੋਟੀ ਹੈ? ਇਹ ਹੋ ਗਿਆ, ਇਹ ਕਰਤੱਵ ਦੇ ਧੰਦੇ ਆ ਜਿਹੜੇ ਇਹਦੇ ਨਾਲ ਜੋੜ ਕੇ ਜਾਤੀ ਵੱਡੀ ਛੋਟੀ ਮਤ ਬਣਾਓ। ਕਰਤੱਵ ਵੱਡੇ ਛੋਟੇ ਹੈ, ਕਈਆਂ ਨੂੰ ਕਰਤੱਵ ਦੀ ਕਰਨ ਦੀ ਸੋਝ ਹੈ ਔਰ ਕਈਆਂ ਨੂੰ ਨਹੀਂ। ਤਾਂ ਅੰਤ ਨੂੰ ਲੈ ਲਓ ਕਿ ਕਿਸੇ ਸਰੀਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ, ਸਾਰੇ ਅੰਗ ਹਿੱਸੇ ਪੁਰਜੇ ਸਭ ਦੇ ਬਰਾਬਰ ਹੈ। ਤਾਂ ਇਹ ਇੱਕ ਅਭਿਮਾਨ ਤੋੜ ਦੇਣਾ ਚਾਹੀਏ ਵੀ ਮੈਂ ਵੱਡਾ, ਤੇਰੇ 4 ਨੇਤਰ ਹੈ, 3 ਹੈ ਨਹੀਂ 2 ਹੀ ਹੈ, ਤੇ ਜਿਹਨੂੰ ਤੇ ਛੋਟਾ ਨਾ 2 ਤਾਂ ਉਹਦੇ ਵੀ ਹੈ। ਇੱਥੋਂ ਆ ਗਿਆ, ਇਸ ਨੂੰ ਅਸੀਂ ਵੱਡੇ ਛੋਟੇ ਦੀ ਸੰਗਿਆ ਦੇਤੀ, ਵੱਡੇ ਛੋਟੇ ਕਰਕੇ ਅਸੀਂ ਇਸ ਨੂੰ ਜਾਤੀ ਦੀ ਸੰਗਿਆ ਦੇਤੀ। ਔਰ ਜਿਹੜਿਆਂ ਸੰਤਾਂ ਨੇ ਇਹਦਾ ਵਿਰੋਧ ਕੀਤਾ, ਵੇਖ ਕਹਾਂ ਕਰੂੰ ਜਾਤੀ, ਕਹਾਂ ਕਰੂੰ ਪਾਤੀ, ਮੈਂ ਕੀ ਕਰਾਂ ਜਾਤੀ ਨੂੰ ਪੰਡ ਬਣ ਕੇ ਤੁਰਿਆ ਫਿਰਾਂ, ਪਾਤੀ ਬਰਾਦਰੀ ਨੂੰ ਪੰਡ ਬੰਨ ਲਾਂ, ਕੀ ਕਰ ਲਾਂ? ਉਹਨਾਂ ਸੰਤ ਲੋਕਾਂ ਨੂੰ ਕੋਟ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਇਹਦਾ ਖੰਡਨ ਕੀਤਾ। ਤੇ ਜਿਹੜੇ ਲੋਕ ਬਹੁਤੇ ਉੱਤਮ ਵੀ ਨਹੀਂ ਗਏ ਤੇ ਮੱਧਮ ਵੀ ਨਹੀਂ, ਸਾਰੇ ਰਲ ਮਿਲ ਕੇ ਇਹਨਾਂ ਦਾ ਵੀ ਵੇਖ ਲਓ ਹੌਸਲਾ ਕਿ ਗੁਰੂਆਂ ਪੀਰਾਂ ਸੰਤਾਂ ਮਹਾਤਮਾ ਦੀ ਗੱਲ ਨੂੰ ਇਹਨਾਂ ਨੇ ਟਿੱਚ ਕਰਕੇ ਸਮਝਿਆ ਸਭ ਨੇ। ਇਹ ਨਾਨਕ ਜੀ ਕਹਿ ਗਏ, ਆ ਇੱਕ ਅਖਬਾਰਾਂ 'ਚ ਲਿਖੇ ਆਉਂਦੇ, ਕੋਈ ਨਾ ਕੋਈ ਗੱਲ ਕਰਦੇ, ਅੱਗੇ ਆ ਜਿਹੜਾ ਅਕਾਲ ਤਖਤ ਦਾ ਇਹ ਗਿਆ ਹੋਇਆ ਹੈ ਪਾਕਿਸਤਾਨ ਤੇ ਵਾਪਸ ਪਰਤਿਆ, ਤੇ ਨਾਨਕ ਜੀ ਦੇ ਅਨੁਯਾਈ ਜਿਹੜੇ ਸੇਵਕ ਕਹਿ ਲੋ, ਸ਼ਰਧਾਲੂ ਪਾਕਿਸਤਾਨ ਦੇ ਵਿੱਚ ਵਸਦੇ ਹੈ, ਉਹਨੂੰ ਰਾਏ ਬੁਲਾਰ ਦੀ ਸੰਤਾਨ ਕਹਿੰਦੇ। ਤੇ ਉਹਨਾਂ ਸੰਤਾਨ ਦੀ ਕੀ ਮਹਿਮਾ ਹੈ ਜੀ? ਵੀ ਜਿਹੜਾ ਕੋਈ ਜਥਾ ਪਾਕਿਸਤਾਨ ਦੀ ਯਾਤਰਾ ਲਈ ਜਾਂਦਾ ਹੈ, ਉਹ ਘਰ 'ਚ ਬੁਲਾ ਕੇ ਉਹਨਾਂ ਲੋਕਾਂ ਦੀ
ਚੰਗੇ ਚੰਗੇ ਪਕਵਾਨ ਬਣਾ ਕੇ ਤੇ ਉਹਨਾਂ ਨੂੰ ਖਵਾਉਂਦੇ, ਸੇਵਾ ਕਰਦੇ। ਤਾਂ ਇੱਥੋਂ ਇਹ ਲੱਗਦਾ ਹੈ ਵੀ ਉਹ ਪਰੰਪਰਾ ਸੇ ਸੰਭਲਿਆ ਪਰਿਵਾਰ ਆ। ਇੱਥੇ ਤੁਹਾਡੇ ਦੇਸ਼ 'ਚ ਸਾਡਿਆਂ ਘਰਾਂ 'ਚ ਕੋਈ ਪਰਾਇਆ ਸਮਝ ਕੇ ਜਿਹੜਾ ਸਾਡੇ ਘਰੇ ਆਉਂਦਾ, ਅਸੀਂ ਉਹਨੂੰ ਚਾਹ ਪਾਣੀ ਪਿਲਾਉਨੇ, ਨਾਲ ਕੁਝ ਖਾਣ ਪੀਣ ਲਈ ਰੱਖਦੇ। ਇਹ ਸ਼ਿਸ਼ਟਾਚਾਰ ਹੈ। ਤਕੜੇ ਪੁਰਸ਼ਾਂ ਦਾ ਸਹਿੰਦਿਆਂ ਪਹੁੰਚ ਜਾਂਦਾ ਵੀ ਸ਼ਿਸ਼ਟਾਚਾਰ, ਔਰ ਜੋ ਕਮਜ਼ੋਰ ਆ ਆਰਥਿਕ ਤੇ ਉਹਨਾਂ ਦਾ ਵੀ ਸ਼ਿਸ਼ਟਾਚਾਰ ਹੈ। ਉਹ 5 ਰੁਪਈਆਂ ਦਾ ਕੋਈ ਬਿਸਕੁਟ ਲਿਆ ਕੇ ਉਹਦੇ ਚਾਹ ਪਾਣੀ ਨਾਲ ਰੱਖ ਦਿੰਦੇ, ਜਿਹੜੇ ਸਹਿੰਦੇ ਆ ਉਹ ਕੋਈ ਪਕਵਾਨ ਬਣਾ ਕੇ ਰੱਖ ਦਿੰਦੇ। ਇਹ ਸਾਡੀ ਪਰੰਪਰਾ ਹੈ। ਪਰ ਵੇਖਣਾ ਤਾਂ ਇਹ ਹੈ ਵੀ ਜਿਹੜੇ ਉਸ ਪਰਿਵਾਰ ਨੂੰ ਮਿਲ ਕੇ ਆਉਂਦੇ ਆ, ਉਹ ਪਰਿਵਾਰ ਤੋਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ, ਕਿਉਂਕਿ ਇਹ ਸਿੱਖ ਲੋਕ ਹਨ। ਸਾਡੇ ਵੱਡੇ ਨਾਨਕ ਜੀ ਮਹਾਰਾਜ ਦੇ ਸ਼ਰਧਾਲੂ ਸੀ। ਇਹ ਨਾਨਕ ਜੀ ਦੇ ਸਿੱਖ ਆ। ਇਹਨਾਂ ਦਾ ਆਪਸ ਵਿੱਚ ਤਾਲਮੇਲ ਸੁਭਾਵਕ ਹੈ। ਪਰ ਇਹ ਕਿਸੇ ਨੇ ਆ ਕੇ ਬਿਆਨ ਨਹੀਂ ਕੀਤਾ ਵੀ ਉਹਨਾਂ ਤੋਂ ਪੁੱਛਿਆ ਹੋਵੇ ਵੀ ਰਾਏ ਬਲਾਰ ਦੀ ਔਲਾਦ ਜਿਹੜੀ ਤੁਹਾਨੂੰ ਮਿਲਦੀ ਹੈ, ਵੀ ਤੁਹਾਡੇ ਵੱਡਿਆਂ ਨੂੰ ਗੁਰੂ ਨਾਨਕ ਜੀ ਨੇ ਕੀ ਸਮਝਾਇਆ ਸੀ, ਉਹ ਦੱਸੋ। ਉਹਨਾਂ ਨੂੰ ਪੁੱਛੋ। ਤੇ ਜਿਹੜੀ ਇਹ ਸੇਵਾ ਹੈ ਵੀ ਆਏ ਦੀ ਟਹਿਲ ਸੇਵਾ, ਇਹ ਤਾਂ ਸੁਭਾਵਕ ਹੀ ਅੰਦਰੋਂ ਫੁਰਦੀ ਹੈ ਵੀ ਬੈਠੋ ਬੈਠੋ ਵੀ ਐਂ ਕਰੋ, ਨਾਸਤੇ 2 ਗਲਾਸ ਚਾਹ ਦੇ ਬਣਾਓ। ਇਹ ਤਾਂ ਆਪੇ ਫੁਰਦੀ ਆ। ਜਿਹੋ ਜਿਹੀ ਅਰਥ ਵਿਵਸਥਾ ਉਹਦੀ ਹੈ, ਉਹ ਜੀ ਟਹਿਲ ਸੇਵਾ ਕਰਨ ਨੂੰ ਉਹਦਾ ਜੀ ਕਰਦਾ। ਪਰ ਇਹ ਕਿਸੇ ਨੇ ਨਹੀਂ ਜਿੱਥੇ ਤੋਂ ਪਰਤ ਕੇ ਆਖਿਆ ਵੀ ਸਾਨੂੰ ਰਾਏ ਬਲਾਰ ਦੇ ਔਲਾਦ ਤੋਂ ਪਤਾ ਲੱਗਿਆ ਵੀ ਨਾਨਕ ਜੀ ਨੇ ਉਹਨਾਂ ਨੂੰ ਆਹ ਉਪਦੇਸ਼ ਕੀਤਾ ਸੀ। ਤਾਂ ਇੱਥੋਂ ਸਾਨੂੰ ਇਹ ਸਮਝਣਾ ਚਾਹੀਏ, ਵਿਚਾਰ ਦੇ ਵਿੱਚ ਜੇ ਵੇਖੀਏ ਤਾਂ ਨਾਨਕ ਜੀ ਸ਼ੁਰੂਆਤ ਤੇ ਗੁਰੂ ਹੈ, ਸੰਤ ਹੈ, ਤੇ ਗੁਰੂ ਗੋਬਿੰਦ ਸਿੰਘ ਜੀ ਆਖਰਲੇ ਗੁਰੂ ਹੈ। ਤਾਂ ਵਿਚਾਰ ਕਰਕੇ ਵੇਖ ਲਓ, ਮਨੁੱਖ ਦੀ ਗਿਣਨਾ ਆਮ ਅਸੀਂ ਸੰਗਿਆ 100 ਦੀ ਰੱਖੀ ਆ। 100 ਦੀ ਸੰਗਿਆ ਦੇ ਵਿੱਚੋਂ 90% ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ ਤੇ 10% ਨਾਨਕ ਜੀ ਦੇ ਸਿੱਖ ਹੈ। ਜਦੋਂ ਨਾਨਕ ਤੇ ਗੋਬਿੰਦ ਸਿੰਘ ਜੀ ਇੱਕ ਹੈ, ਇਹ ਨਹੀਂ ਵਿਚਾਰਿਆ ਵੀ ਗੋਬਿੰਦ ਸਿੰਘ ਜੀ ਦੇ ਸਿੱਖ ਕੀ ਤੇ ਨਾਨਕ ਜੀ ਦੇ ਸਿੱਖ ਕੀ। ਅੱਛਾ, ਨਾਨਕ ਜੀ ਦੇ 10% ਕਿਉਂ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ 90% ਸਿੱਖ ਕਿਉਂ ਹੈ? ਇਸ ਲਈ ਹੈ ਕਿ ਨਾਨਕ ਜੀ ਹੈ ਜਿਹੜੇ, ਉਹਨਾਂ ਦੀਆਂ ਕੁਛ ਮਰਿਆਦਾ ਸੀ। ਕੀ ਮਾਨ ਮਰਿਆਦਾ ਸੀ? ਥੋੜਾ ਜਿਹਾ ਵਿਵੇਕ ਬਦਲ ਜਾਂਦਾ ਹੈ। ਕੀ ਆਪਣਾ ਵਿਵੇਕ ਤਾਂ ਵਿਦਾਂਤ ਸੀ, ਪਰ ਸੁਭਾਵ ਕੀ ਪ੍ਰਕਿਰਿਆ ਬਦਲ ਜਾਂਦੀ। ਤੋ ਨਾਨਕ ਜੀ ਦੀਆਂ ਮਾਨ ਮਰਿਆਦਾ ਸੀ ਕੁਛ ਵੀ। ਕੀ ਨਾਨਕ ਜੀ ਨੇ ਆਖਿਆ, ਵੇਖੋ ਕੀ ਕਿਹਾ, ਆਖੇ ਵੱਡੇ ਵੱਡੇ ਜੋ ਦਿਸਣ ਲੋਗ, ਤਿਨ ਕੋ ਵਿਆਪੇ ਚਿੰਤਾ ਰੋਗ। ਤੁਸੀਂ ਵੱਡਿਆਂ ਆਦਮੀਆਂ ਨੂੰ ਸੁਖੀ ਸਮਝਦੇ ਆ। ਜੇ ਵੱਡੇ ਵੱਡੇ ਆਦਮੀ ਸੁਖੀ ਹੋਣ, ਇਹ ਸਾਨੂੰ ਭੁਲੇਖਾ ਹੈ। ਨਹੀਂ, ਵੱਡੇ ਤੁਸੀਂ ਆਦੇ ਕਿਨੂੰ?
ਤਾਂ ਇੱਥੋਂ ਹੋ ਗਿਆ ਕਿ ਕੌਣ ਵੱਡਾ, ਮਾਇਆ ਵਡਿਆਈ। ਜਿਨ੍ਹਾਂ ਨੇ ਧਨ ਸੰਗ੍ਰਹਿ ਕੀਤਾ, ਵਿਹਿਤ ਨਿਸ਼ਿਧ ਨੂੰ ਨਾ ਪਛਾਣ ਕੇ, ਜਿਨ੍ਹਾਂ ਦੇ ਕੋਲੇ ਧਨੀ ਪੁਰਸ਼ਾਂ ਨੂੰ ਤੁਸੀਂ ਵੱਡਿਆਂ ਨੇ। ਜਿਹੜੇ ਧਨੀ ਪੁਰਸ਼ ਬਣਨਾ ਚਾਹੁੰਦੇ, ਧਨੀ ਪੁਰਸ਼ ਹੋਣਾ ਚਾਹੁੰਦੇ, ਧਨੀਆਂ ਦੀ ਮਹਿਮਾ ਹਿਰਦੇ 'ਚ ਭੱਜ ਰਹੀ, ਭੁੜਕ ਰਹੀ ਹੈ, ਉਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੈ। ਕਿਉਂਕਿ ਡਰਾ ਕੇ ਧਨ ਪੈਦਾ ਕਰਦੇ ਆ। ਗੁਰੂ ਗੋਬਿੰਦ ਸਿੰਘ ਨੇ ਧਨ ਪੈਦਾ ਕੀਤਾ ਨਹੀਂ, ਜਿਹੜੇ ਇਹਨਾਂ ਨੂੰ ਡਰਾਉਂਦੇ ਸੀ ਉਹਨਾਂ ਨੇ ਤਾਕਤ ਪੈਦਾ ਕੀਤੀ ਉਹਨਾਂ ਨੂੰ ਡਰਾਓ ਦੇਣ ਦੀ। ਤੇ ਨਾਨਕ ਜੀ ਨੇ ਕਿਹਾ ਕਿ ਕੌਣ ਵੱਡਾ, ਮਾਇਆ ਵਡਿਆਈ। ਤਾਂ ਨਾਨਕ ਜੀ ਦਾ ਹੀ ਫੈਸਲਾ ਕਿ ਨਹੀਂ, ਸੋ ਵੱਡਾ ਜਿਹਨੇ ਰਾਮ ਲਿਵ ਲਾਈ। ਨਾਨਕ ਜੀ ਦੇ 10% ਤਾਂ ਹੈ ਸਿੱਖ ਕਿ ਨਾਨਕ ਜੀ ਦਾ ਇਹ ਉਦੇਸ਼ ਹੈ, ਇਹ ਹੁਕਮ ਹੈ ਭਾਈ, ਵੱਡਾ ਤਾਂ ਉਹ ਹੈ ਸਾਡੀ ਦ੍ਰਿਸ਼ਟੀ 'ਚ ਜਿਹਨੇ ਰਾਮ ਲਿਵ ਲਾਈ ਹੈ। ਤੇ ਜਿਹੜਾ ਕਹਿੰਦਾ ਮਾਇਆ ਵਡਿਆਈ, ਉਹ ਸੰਗ੍ਰਹਿ ਕਰਨ ਮੇ ਲੱਗੇ। ਆਪਾਂ ਕਿਸੇ ਦਾ ਵਿਚਾਰ, ਕਿਸੇ ਦੇ ਖੰਡਨ ਨਹੀਂ, ਇਹ ਵਰਤਾਓ ਚ ਆ ਰਿਹਾ। ਇਸ ਵਾਸਤੇ ਇਹ ਵਿਵੇਕ ਕਰਨਾ ਵੀ ਇਹ ਜਿਹੜਾ ਵਿਵੇਕ ਹੈ ਹਿਰਦੇ ਚ ਸੁਣ ਲੈਨੇ ਆ, ਕਥਾ ਸੁਣ ਲਈ, ਗ੍ਰੰਥ ਪੜ੍ਹ ਲਏ, ਠਹਿਰਾਓ ਕਿਉਂ ਨਹੀਂ ਆਉਂਦਾ? ਇਸ ਤੇ ਠਹਿਰਾਓ ਕਿਉਂ ਨਹੀਂ? ਤੁਸੀਂ ਸਮਝਦੇ ਆ ਵੀ ਜਿਨ੍ਹਾਂ ਨੇ ਨਾਮਦਾਨ ਲਏ ਆ, ਜਿਨ੍ਹਾਂ ਨੇ ਅੰਮ੍ਰਿਤ ਛਕੇ ਆ, ਇਹ ਠਹਿਰਾਓ ਚ ਆਨੰਦ में, ਇਹ ਵੀ ਭੁਲੇਖਾ ਹੈ। ਕੋਈ ਠਹਿਰਾਓ ਚ ਨਹੀਂ। ਚਾਹੇ ਕੋਈ ਨਾਮਦਾਨ ਵਾਲਾ, ਚਾਹੇ ਕੋਈ ਸੰਤ ਹੈ, ਚਾਹੇ ਕੋਈ ਸਾਧਕ ਹੈ, ਚਾਹੇ ਸੰन्यासी है, चाहे गृहस्थी है, चाहे वानप्रस्थ है, सन्यासी याद लेके, चाहे अमृतधारी है, चाहे गैर अमृतधारी है, चाहे कोई अफसर है और चाहे कोई संसारी है, ये सारे किथे खड़े है? ये रोटी कपड़ा ते मकान ते खड़े है सारे। ਸਾਰਿਆਂ ਦੀ ਦ੍ਰਿਸ਼ਟੀ ਰੋਟੀ ਕੱਪੜੇ ਮਕਾਨ ਤੇ ਹੀ ਹੈ। ਤੇ ਫਿਰ ਕੌਣ ਵੱਡਾ? ਉਹ ਅਗਰ ਮੈਂ ਵੀ ਰੋਟੀ ਕੱਪੜਾ ਮਕਾਨ ਭਾਲਦਾ ਤਾਂ ਨਾਨਕ ਜੀ ਤੋਂ ਪੁੱਛਿਆ ਵੀ ਰੋਟੀ ਕੱਪੜਾ ਤੇ ਸਾਡੇ ਤਾਂ ਘਰ ਹੈਗੇ ਆ ਜੀ, ਸਾਨੂੰ ਤਾਂ ਮਕਾਨ ਦੀ ਲੋੜ ਨਹੀਂ। ਗੁਰੂਆਂ ਨੇ ਆਖਿਆ ਨਹੀਂ, ਢਾਹੇ ਉਸਾਰੇ ਉਸਰੇ ਢਾਹੇ। ਇੱਧਰ ਹੀ ਲੱਗੇ ਆ, ਕੱਚਿਆਂ ਵਾਲੇ ਨੇ ਪੱਕੇ ਬਣਾ ਲਏ, ਪੱਕਿਆਂ ਵਾਲੇ 4 ਮੰਜ਼ਲਾ ਚਾਹੁੰਦੇ, 4 ਮੰਜ਼ਲਾ ਦਿੱਲੀ ਲੈ ਲਿਆ ਘਰ, ਚੰਡੀਗੜ੍ਹ ਲੈ ਲਿਆ। ਕਿੰਨੇ ਇਹ ਅੰਮ੍ਰਿਤਧਾਰੀਆਂ ਦੇ ਕਿੰਨੇ ਕਿੰਨੇ ਥਾਂ ਤੇ ਬੰਗਲੇ। ਕਿਉਂ ਨਹੀਂ? ਇਹ ਸੱਚੀ ਬਾਤ ਹੈ ਕਿ ਨਾਨਕ ਜੀ ਦੇ ਜਿਹੜੇ ਅਨਿਆਈ ਸੀ ਉਹ ਵੀ ਰੋਟੀ ਕੱਪੜਾ ਮਕਾਨ ਹੀ ਭਾਲਣ ਲੱਗ ਗਏ। ਤਾਂ ਨਾਨਕ ਜੀ ਦੇ 10% ਤੋਂ ਵੀ ਜਾ ਰਹੇ ਥੱਲੇ ਨੂੰ। ਇਹ ਇੱਥੋਂ ਹੈਗਾ ਵੀ ਇਹ ਨਾਨਕ ਜੀ ਦਾ ਉਪਦੇਸ਼ ਹਿਰਦੇ 'ਚ ਖੜਦਾ ਕਿਉਂ ਨਹੀਂ? ਰੌਲਾ ਤਾਂ ਇਹ ਲੱਭੋ ਵੀ ਅਸੀਂ ਜੀ ਸੁਣਦੇ ਵੀ ਹਾਂ ਕਥਾ ਤੇ ਅੱਛੇ ਵੀ ਲੱਗਦੇ ਆ। ਗੁਰਬਾਣੀ 'ਚ ਸਾਰਾ ਕੁਛ ਹੈ ਵੀ ਅੱਛੀ ਵੀ ਲੱਗਦੀ ਹੈ, ਸੁਣਦੇ ਵੀ ਹੈ, ਆਦਰ ਵੀ ਕਰਦੇ ਹੈ। ਪਰ ਜਿਹੜਾ ਸੰਤ ਲੋਕ ਗੁਰਬਾਣੀ ਨਾਨਕ ਦਾ ਉਪਦੇਸ਼ ਹੈ ਉਹ ਨਹੀਂ ਮੰਨਦੇ। ਕੀ ਘਾਟ ਹੈ?
ਇਹ ਕਮਜ਼ੋਰੀ ਹੈ ਜਿਹੜੀ, ਇਹ ਵੀ ਜੇ ਕਿਸੇ ਨੂੰ ਦੱਸਤੀ ਤਾਂ ਉਹ ਇਹ ਨਹੀਂ ਆਖੇਗਾ ਵੀ ਧੰਨਵਾਦ ਹੈ ਮੇਰੀ ਬਿਮਾਰੀ ਲੱਭੀ ਗਈ। ਉਹ ਆਪਣੀ ਹੀਨਤਾ ਸਮਝੇਗਾ। ਜੇ ਹੀਨਤਾ ਸਮਝੇਗਾ ਤਾਂ ਉਹਨੂੰ ਹੋਰ ਵਧਾ ਦਿਓ। ਬੱਲੇ ਬੱਲੇ ਮਹਾਰਾਜ, ਤੁਹਾਡੇ ਵਰਗਾ ਇੱਥੇ ਇੱਕ ਸਾਡਾ ਸੀ ਮਿੱਤਰ, ਮਹਾਰਾਜ ਬੜੀ ਕਿਰਪਾ ਕੀਤੀ, ਬੜੀ ਕਿਰਪਾ ਉਹਨੂੰ ਚੜਾਉਂਦਾ। ਤੇ ਕਹਿਣੇ ਤੋਂ ਵੀ ਇਹਦੇ ਚ ਨਹੀਂ ਵਿਚਾਰੋ, ਇਹ ਲੋਕਾਂ ਦੀ ਗੱਲ। ਅੱਧਿਆਂ ਨੇ ਆਓ ਤੈਨੂੰ ਨਾਮਦਾਨ ਦਵਾ ਲਿਆਉਨੇ ਆ, ਯਾਰ ਪੁੱਛ ਕੇ ਨਹੀਂ ਆਇਆ ਕਰੋ। ਉਹ ਕੋਈ ਨਹੀਂ, ਆ ਚੱਲ ਕੋਈ ਯਾਰ ਟਰੈਕਟਰ ਜਾਂਦਾ ਟਰਾਲੀ ਭਰੀ, ਉਹ ਦਵਾ ਲਿਆਏ। ਨਾ ਉਹਨੂੰ ਨਾਮਦਾਨ ਦੀ ਮਹਿਮਾ, ਨਾ ਸ਼ਰਧਾ ਦਾ ਪਤਾ ਹੈ। ਯਾਰ ਤੈਨੂੰ ਅੰਮ੍ਰਿਤ ਛਕਾ ਲਿਆਈਏ, ਉੱਥੇ ਅੰਮ੍ਰਿਤ ਪ੍ਰਚਾਰ ਹੈ, ਉਹ ਬੈਠ ਟਰਾਲੀ ਤੇ, ਯਾਰ ਮੇਰੇ ਅਜੇ ਇੰਨੀ ਗਿਨਾ ਤੱਕ ਇਸ਼ਾਰਾ, ਉਹ ਦਵਾ ਦਿਆਂਗੇ। ਉਹਨੇ ਕਸ਼ਹਿਰੇ ਗਾਤਰੇ ਦਵਾ ਕੇ ਪਵਾਤਾ, ਉਹਨੇ ਨਾਮਦਾਨ ਦਵਾ ਲਿਆਏ। ਇਹ ਗਿਣਤੀ ਵਧਾਉਣ ਵਿੱਚ ਲੱਗੇ ਹੈ, ਸਿੱਖਣ ਦੀ ਸਿੱਖਿਆ ਵਧਾਉਣ ਵਿੱਚ ਲੱਗੋ। ਜੇ ਸਿੱਖ ਬਣਾ ਕੇ ਹੈ ਤਾਂ ਸਿੱਖ ਬੁੱਤ ਬਣਾ ਕੇ ਨਹੀਂ ਖੜਿਆ। ਇਸ ਵਿੱਚ ਸਿੱਖਿਆ ਹੋਣੀ ਚਾਹੀਦੀ। ਇੱਕ ਇੱਕ ਸਿੱਖ ਨੂੰ ਕੱਢੋ, ਕੀ ਸਿੱਖਿਆ? ਉਹ ਆਦਾ ਪੰਜ ਬਾਣੀਆਂ। ਪੰਜ ਬਾਣੀਆਂ ਤੂੰ ਪੜ੍ਹ ਕੇ ਸਿੱਖਿਆ, ਉਹਦੇ ਤੇ ਲਿਖੀਆਂ ਪਹਿਲਾਂ। ਸਿੱਖਿਆ ਕੀ ਮਿਲੀ ਹੈ? ਨਾਨਕ ਜੀ ਨੂੰ ਆਖਿਆ ਸਿੱਖ ਦੀ ਸਿੱਖਿਆ ਕੀ ਹੈ? ਤਾਂ ਉਹਨਾਂ ਨੇ ਆਖਿਆ ਸਿੱਖੀ ਸਿੱਖਿਆ ਗੁਰ ਵਿਚਾਰ। ਗੁਰ ਮੈਨਾ ਗਿਆਨ ਚੇਤਨ ਦੀ ਵਿਚਾਰ ਕਰੋ। ਇਹ ਸਿੱਖ ਦੀ ਸਿੱਖੀ ਹੈ। ਸਿੱਖਿਆ ਵਿਚਾਰ ਕਰ ਲਈ ਵੀ ਮੈਂ ਚੇਤਨ ਕੇ ਜੜ ਕੀ ਹੈ। ਨਾ ਜੜ ਦਾ ਪਛਾਣ, ਨਾ ਚੇਤਨ ਦੀ ਪਹਿਚਾਣ। ਤਾਂ ਉਹ ਤਾਂ ਇਹ ਗੱਲ ਆ ਗਈ, ਇਹ ਵਿਹਾਰਕ ਗੱਲ ਹੈ। ਜ਼ਬਰਦਸਤੀ ਜਿਹੜੇ ਮੂੜ ਬੁੱਧੀ ਵਾਲੇ ਫਿਰਦੇ ਆ, ਉਹ ਕਿਸੇ ਨੂੰ, ਜਿਹੜੇ ਚੌਧਰੀ ਸੀ ਅਸੀਂ ਵੇਖੇ ਆ, ਹੁਣ ਤਾਂ ਸੂਝ ਵੀ ਆ ਲੋਕਾਂ ਨੂੰ। ਜਿਹੜੇ ਪਿੰਡ ਦਾ ਚੌਧਰੀ ਹੁੰਦਾ ਸੀ, ਕਈ ਗਰੀਬਾਂ ਤੋਂ ਮੁਖਤੀ ਕੰਮ ਕਰਾਉਂਦਾ ਵੇਖਿਆ। ਉਰੇ ਐਂ ਭੱਜ ਕੇ ਜਾਂ ਆਪਣੇ ਖੇਤ ਰੋਟੀ ਫੜਾ ਕੇ ਆਈ। ਇਹਦਾ ਤੇਰੀ ਰੋਟੀ ਨਾਲ ਕੀ ਤਾਲੁਕ ਹੈ? ਮਤਲਬ ਗਰੀਬ ਹੈ ਜਾ। ਇਹ ਐਂ ਫੜ ਲੈਂਦੇ, ਜਿਹੜੇ ਸਹਿੰਦੇ ਪੁੱਜਦੇ ਸੀ ਤਾਂ ਫੜ ਲਿਆ ਵਿਚਾਰਾ ਇੱਕ ਫਿਰਦਾ। ਹਾਂਜੀ ਦੱਸੋ। ਉਹਦਾ ਦੱਸਣਾ ਕੀ ਆ? ਦੀਦੇ ਊਠ 30-40 ਇਹਨਾਂ ਨੂੰ ਚਰਾਇਆ ਕਰਨ ਨਾਲ ਰਿਹਾ ਕਰ। ਠੀਕ ਹੈ ਜੀ। ਊਠਾਂ ਦੇ ਮਗਰ ਫਿਰਦੇ ਨੂੰ ਨੀਂਦ ਆ ਗਈ, ਦਰਖਤ ਹੇਠ ਪੈ ਗਿਆ। ਊਠ ਪੱਤੀਆਂ ਖਾਂਦੇ ਅਗਾਂਹ ਨਿਕਲ ਗਏ। ਨਾ ਊਠ ਉੱਥੇ ਉਹਨੂੰ ਦੀਦੇ ਆ ਤੇ ਨਾ ਇਹ ਪਤਾ ਵੀ ਕਿਹਨੂੰ ਦੱਸਾਂ। ਤੇ ਕਿਸੇ ਨੇ ਆਖਿਆ ਓਏ ਜਾ ਸ਼ਹਿਰ ਤੇ ਜਾ, ਉੱਥੇ ਫਰਿਆਦ ਕਰ ਰਾਜੇ ਕੋਲੇ। ਤੇ ਹੁਣ ਰਾਜੇ ਕੋਲੇ ਜਾਂਦਾ, ਨਾ ਰਾਜੇ ਨੂੰ ਜਾਣਦਾ, ਨਾ ਉਹ ਜਾਨਵਰਾਂ ਨੂੰ ਜਾਣਦਾ ਵੀ ਕੀ ਹੈ ਇਹਨਾਂ ਦੇ ਮੰਗਰ ਰਿਹਾ ਕਰ। ਓਏ ਤੇ ਦਰਸ਼ਨ ਤੋਂ ਮੇਰਾ ਮਤਲਬ ਹੈ ਐ ਨਾਮਦਾਨ ਦਿੱਤੇ ਹੋਏ, ਜਿਹਦਾ ਨਾਮ ਹੈ ਨਾ ਉਹਨੂੰ ਜਾਣਦੇ ਆ, ਨਾ ਨਾਮਦਾਨ ਨੂੰ ਜਾਣਦੇ ਆ। ਤੇ ਉਹਨੇ ਆਖਿਆ ਜਾ ਕੇ ਮਿਲਣ ਕਰਦਾ, ਜਿਹੜੇ ਸੰਤਰੀ ਆ ਬੈਠ ਬਹਿ ਜਾਂਦਾ। ਯਾਰ ਕਾਫੀ ਚਿਰ ਤੱਕ ਬੈਠਾ ਹੈ, ਸੁਣ ਲੈਣੀ ਚਾਹੀਦੀ ਗੱਲ। हाँ भी बता।
ਤੇ ਜਦੋਂ ਬਤਾਉਣ ਲੱਗਾ ਤਾਂ ਜਾਣਦਾ ਕੀ ਸੀ ਕਿ ਕਹਿ ਦੇਣਾ ਮਨ ਕੋ ਜਿਨਕੇ ਹਮ ਹੈ। ਇਹ ਕਿਹਦੇ ਤੂੰ ਇੰਨਾ ਜਾਣਦਾ ਸੀ। ਅਖੇ ਕਹਿ ਦੇਣਾ ਮਨ ਕੋ ਜਿਨਕੇ ਹਮ ਹੈ ਤੇ ਚਲੇ ਗਏ ਉਹ ਜਿਨਕੇ ਇਹ ਹੈ ਲੀਡੇ ਬੰਨੀ ਫਿਰੇ ਪੱਲੇ। ਇਹ ਆ ਹਾਲ ਹੈ ਨਾਮਦਾਨ ਵਾਲਿਆਂ ਦਾ। ਨਾ ਨਾਮਦਾਨ ਨੂੰ ਜਾਣਦੇ ਐ, ਨਾ ਜਿਹਦਾ ਨਾਮ ਹੈ ਉਹਨੂੰ ਜਾਣਦੇ ਐ। ਤੇ ਉਹ ਊਠ ਚਾਰਨ ਵਾਲੀ ਗੱਲ ਹੈ। ਤਾਂ ਉਹਨਾਂ ਨੂੰ ਫਾਇਦਾ ਕਾਹਦਾ? 2 ਲੱਖ ਬੰਦੇ ਨੂੰ ਜਿਹੜਾ ਗੁਰੂ ਆ ਜਾਣਦਾ ਵੀ ਇਹ ਕੌਣ ਆ, ਇਹ ਕੌਣ ਆ, ਪਹਿਲਾਂ ਤਾਂ ਇਹ ਵਿਚਾਰੋ। ਗੁਰੂ ਜਾਣਦਾ ਵੀ ਮੇਰੇ 2 ਲੱਖ ਚੇਲੇ ਪਹਿਚਾਣਦਾ, ਤਾਂ ਉਹ ਆਦਾ ਕਿ ਵੀ ਇਹਨਾਂ ਨੂੰ ਤਾਂ ਨਹੀਂ ਮੈਂ ਪਹਿਚਾਣਦਾ। ਹਾਂ, ਜਿਹੜੀ ਚੀਜ਼ ਇੱਕ ਹੋਰ ਹੈ ਉਹਨੂੰ ਮੈਂ ਪਛਾਣਦਾ ਤੇ ਉਹਨੂੰ ਚੇਲੇ ਵੀ ਪਛਾਣਦੇ ਆ। ਕਿ ਉਹ ਕੀ ਹੈ? ਉਹ ਨੋਟ ਇਹਨਾਂ ਨੂੰ ਵਿਖਾ ਕੇ ਜਿਹੜੇ ਮਿਲਦੇ 2 ਲੱਖ ਦੇ, ਉਹਨੂੰ ਚੇਲੇ ਵੀ ਜਾਣਦੇ ਆ ਤੇ ਉਹ ਗੁਰੂ ਵੀ ਜਾਣਦਾ ਵੀ ਇਹ ਚੀਜ਼ ਨੂੰ ਪਛਾਣਨ ਵਾਲੇ ਆ। ਵੀ ਯਾਰ ਚੇਲਿਆਂ ਦੇ ਨਾਲ 2-2 ਲੱਖ ਚੇਲੇ ਜਿਹਦੇ ਮਗਰ, ਉਹਦੇ ਮਗਰ ਮਹਾਰਾਜ ਸੇਵਾ ਦੱਸੋ। ਐ ਮਨੁੱਖ ਦੀ ਜਿਹੜੀ ਗਤੀ ਹੈ, ਆਪਣੀ ਆਪਣੀ ਮਰਜ਼ਾਦਾ ਸਭ ਛੱਡ ਗਏ, ਸੰਤ ਛੱਡ ਗਏ, ਸਿੱਖ ਛੱਡ ਗਏ। ਤੇ ਜਿਹੜੇ ਸਿਆਸੀ ਲੋਕ ਹੈ, ਇਹਨਾਂ ਦੇ ਤਾਂ ਸਿਆਸੀਆਂ ਦਾ ਤਾਂ ਸੁਭਾਅ ਕੀ ਪਰੰਪਰਾ ਹੈ ਕਿ ਸਿਆਸੀ ਲੋਕ ਨਾ ਕਿਸੇ ਦਾ ਦੋਸਤ ਹੁੰਦਾ ਤੇ ਨਾ ਦੁਸ਼ਮਣ ਹੁੰਦਾ। ਇਹਦਾ ਤਾਂ ਦਾ ਹੈ। ਉਹ ਕਹਿੰਦੇ ਨੇਤਾ ਐਡ ਆਉਂਦੀ ਆ ਕਿ ਕਰੋਨਾ ਕੇ ਧਰਮ ਨਹੀਂ ਵੇਖਦਾ, ਕਰੋਨਾ ਜਾਤ ਪਾਤ ਨਹੀਂ ਵੇਖਦਾ, ਤਾਂ ਕਿ ਕੀ ਕਰੋਨਾ ਕੇਵਲ ਮੌਕਾ ਵੇਖਦਾ। ਤੇ ਸਿਆਸੀ ਬੰਦੇ ਤਾਂ ਨਾ ਕਿਸੇ ਨੂੰ ਪਾਰਟੀ ਵੇਖਦੇ ਨਾ ਕੁਛ, ਇਹ ਤਾਂ ਮੌਕਾ ਵੇਖਦੇ ਆ ਵੀ ਕਿੱਥੇ ਆ। ਇਹਨਾਂ ਦੀ ਰੇਸ ਕਰਕੇ ਸੰਤ ਲੋਕ ਵੀ ਇੱਧਰੇ ਲੱਗ ਗਏ। ਕਿੰਨੇ ਸੰਤ ਆ ਜਿਹੜੇ ਸੱਤ ਨੂੰ ਜਾਣਦੇ, ਤੇ ਲਿਸਟਾਂ ਬਣਾ ਲਓ ਸੰਤਾਂ ਦੀਆਂ ਕਿੰਨੀਆਂ। ਜਿਹੜਾ ਕੋਈ ਗੰਦਾ ਕੰਮ ਕਰਦਾ ਉਹ ਬਦਾਮੀ ਲੀੜੇ ਪਾਉਂਦਾ, ਜਿਹੜਾ ਕੋਈ ਗੰਦਾ ਕੰਮ ਕਰਦਾ ਨਾਟਕ ਨਹੀਂ ਵਿਖਾਉਂਦੇ। ਐਡੀ ਵੱਡੀ ਰੁਦਰਾਖ ਦੀ ਮਾਲਾ ਪਾ ਕੇ ਤੇ ਗੇਰੂਏ ਵਸਤਰ ਪਾ ਕੇ ਤੇ ਸਭ ਤੋਂ ਘਟੀਆ ਕੰਮ ਕਰੂਗਾ। ਜੇ ਸੰਤ ਜਾਣਦੇ ਹੁਣ ਵੀ ਇਹ ਘਟੀਆ ਕਿ ਵਧੀਆ, ਸੰਤ ਆਪ ਨਹੀਂ ਜਾਣਦੇ। ਜਿਵੇਂ ਉਹਨਾਂ ਨੇ ਪਾਏ ਉਵੇਂ ਸੰਤ ਨੇ ਪਾਏ। ਇਸ ਵਾਸਤੇ ਇੱਕ ਉਹ ਪੁਲਿਸ ਵਾਲੀਆਂ ਨਕਲੀ ਵਰਦੀਆਂ ਪਾ ਕੇ ਬੈਂਕ ਲੁੱਟਦੇ ਆ, ਇੱਕ ਅਸਲੀ ਵਰਦੀ ਵਾਲੀ ਪੁਲਿਸ ਆ ਕੇ ਲੁੱਟਦਿਆਂ ਨੂੰ ਫੜਦੀ ਹੈ। ਫਰਕ ਹੈ ਕਿ ਨਹੀਂ? ਐਸੇ ਵਾਸਤੇ ਇੱਕ ਸੰਤ ਉਹ ਹੈ ਕਿ ਜਿਹੜੇ ਸਤ ਦਾ ਪ੍ਰਤੀਪਾਦਨ ਕਰਦੇ। ਕੀ ਹੈ ਕਿ ਤਤ ਕਥਨੰ ਤਤ ਚਿੰਤਨੰ ਤਤ ਅਨਿਓ ਅਨੁਪਰਬੋਧੰ। ਤੇ ਇੱਕ ਸੰਤ ਉਹ ਹੈ ਚੇਲੇ ਵਧਾਉਣ ਵਿੱਚ ਲੱਗੇ। 40 ਨੇ ਛਕ ਲਿਆ ਵੀ 40 ਗਿਣਤੀ ਚ ਹੋ ਗਏ, 40 ਫੇਰ ਹੋ ਗਏ। ਉਹ ਵੀ ਹੱਕਦਾਰ ਬਣ ਗਿਆ ਵੀ ਮਹਾਰਾਜ ਦੱਸੋ ਸੇਵਾ ਕੋਈ। ਉਹਦਾ ਵੀ ਲਿਸਟ ਚ ਸੇਵਾ ਦੇ ਚ ਨਾਂ ਆ ਗਿਆ। ਔਰ ਸੰਤ ਦੀ ਪਰਿਭਾਸ਼ਾ ਕੀ ਹੈ? ਸਭ ਤੋਂ ਘਟੀਆ ਨਾਂ ਸੰਤ ਦਾ ਨਾਂ ਚਾਲੂ ਕਰਤਾ। ਆਓ ਜੀ ਸੰਤ ਜੀ, ਉਹ ਆਉਂਦੇ ਸੰਤ ਜੀ। ਯਾਰ ਸੰਤ ਨੂੰ ਐਡਾ ਬਦਨਾਮ ਕੀਤਾ। ਉੱਤਮ ਨਾਂ, ਉੱਤਮ ਗਿਆਨ ਵਾਲੇ ਨੂੰ ਕਿੰਨਾ ਬਦਨਾਮ ਕਰਤਾ। ਇਸ ਵਾਸਤੇ ਸੰਤ ਦੀ ਪਰਿਭਾਸ਼ਾ ਕਿ ਸੰਤ ਕੀ ਮਹਿਮਾ ਭੇਦ ਨਾ ਜਾਣੇ। ਸੰਤ ਕੌਣ ਹੈ? ਬ੍ਰਹਮਵਿਤੋ ਬ੍ਰਹਮ ਭਗਤੀ। ਜਿਹੜਾ ਬ੍ਰਹਮ ਨੂੰ ਜਾਣ ਗਿਆ ਉਹਨੂੰ ਸੰਤ ਆਖਿਆ ਜਾਂਦਾ।
ਅੱਜ